ਤੁਸੀਂ ਦੇਖ ਰਹੇ ਹੋ ਜੀ ਆਪਣਾ ਫਤੂਰੋ ਇੰਟਰਨੈਸ਼ਨਲ ਚੈਨਲ ਦੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ। ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਕਰ ਸਕਦੇ ਹੋ, ਕਿਉਂਕਿ ਇਸ ਚੈਨਲ ਦੇ ਉੱਤੇ ਤੁਹਾਨੂੰ ਜਿਹੜੀ ਖਬਰ ਮਿਲਣੀ ਹੈ, ਨਿਊਜ਼ ਮਿਲਣੀ ਹੈ, ਉਹ ਤਕਰੀਬਨ ਆਲਮੋਸਟ ਇਟਲੀ ਦੇ ਨਾਲ ਸੰਬੰਧਿਤ ਹੀ ਮਿਲਣੀ ਹੈ। ਸੋ ਜੇ ਤੁਸੀਂ ਪਿਓਰ ਜਿਹੜੀਆਂ ਇਟਲੀ ਦੀਆਂ ਖਬਰਾਂ ਸੁਣਨਾ ਚਾਹੁੰਦੇ ਹੋ ਤਾਂ ਫਿਰ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ। ਜਿਹੜੀ ਅੱਜ ਦੀ ਆਪਣੀ ਪਹਿਲੀ ਖਬਰ ਹੈ ਜੀ, ਸਕੂਲਾਂ ਦੇ ਨਾਲ ਸੰਬੰਧਿਤ ਹੈ। ਅੱਜ ਸ਼ੁਰੂਆਤ ਆਪਾਂ ਇਸ ਤੋਂ ਹੀ ਕਰਨੀ ਹੈ। ਜਿਸ ਤਰ੍ਹਾਂ ਕਿ ਪਹਿਲਾਂ ਦੱਸਿਆ ਸੀ ਕਿ ਜਿਹੜੇ ਸਕੂਲ ਹਨ 10 ਜਨਵਰੀ ਨੂੰ ਖੁੱਲ੍ਹ ਰਹੇ ਹਨ। ਇਹ ਜਿਹੜੇ ਸਿੱਖਿਆ ਮੰਤਰੀ ਇਟਲੀ ਦੇ ਹਨ, ਇਹਨਾਂ ਦਾ ਇਹ ਬਿਆਨ ਹੈ ਅਤੇ ਇਹਨਾਂ ਨੇ ਕਿਹਾ ਕਿ ਇਹਦੇ ਵਿੱਚ ਕੋਈ ਵੀ ਫੇਰ ਬਦਲ ਨਹੀਂ ਕੀਤਾ ਜਾਵੇਗਾ। ਪਰੰਤੂ ਹੁਣ ਖਬਰ ਜਿਹੜੀ ਇਹ ਬਣ ਰਹੀ ਹੈ ਕਿ ਇਟਲੀ ਦੇ ਵਿੱਚ ਟੋਟਲ ਜਿਹੜੇ 800 ਦੇ ਕਰੀਬ ਜਿਹੜੇ ਮੈਨੇਜਰ ਹਨ, ਪ੍ਰਿੰਸੀਪਲ ਹਨ ਸਕੂਲਾਂ ਦੇ ਵਿੱਚ। ਇਹਨਾਂ ਦੇ ਵਿੱਚੋਂ ਤਕਰੀਬਨ 1500 ਇਟਾਲੀਅਨ ਜਿਹੜੇ ਸਕੂਲ ਹਨ, ਇਹਨਾਂ ਦੇ ਜਿਹੜੇ ਪ੍ਰਿੰਸੀਪਲ ਵਗੈਰਾ ਹਨ, ਇਹਨਾਂ ਨੇ ਕੀ ਕੀਤਾ ਹੈ, ਇਹਨਾਂ ਨੇ ਇੱਕ ਜਿਹੜਾ ਓਪਨ ਲੈਟਰ ਲਿਖਿਆ ਹੈ ਮਹਿਕਮੇ ਨੂੰ, ਡਿਪਾਰਟਮੈਂਟ ਨੂੰ। ਇਹਦੇ ਵਿੱਚ ਇਹਨਾਂ ਨੇ ਇਹ ਦੱਸਿਆ ਹੈ ਕਿ ਜਿਹੜਾ ਇਸ ਟਾਈਮ ਰਿਸਕ ਹੈ ਜੀ ਇਟਲੀ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕਾ ਹੈ, ਕਿਉਂਕਿ ਜਿਹੜੇ ਅੱਜ ਇਟਲੀ ਦੇ ਵਿੱਚ ਕੇਸ ਆਏ ਹਨ, ਇੰਨੇ ਜ਼ਿਆਦਾ ਕੇਸ ਆਏ ਹਨ ਕਿ ਇੰਨੇ ਇਤਿਹਾਸ ਦੇ ਵਿੱਚ ਪਹਿਲਾਂ ਕਦੇ ਵੀ ਨਹੀਂ ਆਏ। 2 ਲੱਖ ਦੇ ਕਰੀਬ ਜਿਹੜਾ ਕੇਸ ਆਇਆ ਹੈ। ਸੋ ਇਸ ਦੀ ਵਜ੍ਹਾ ਨਾਲ ਇਹਨਾਂ ਨੇ ਦੱਸਿਆ, ਪ੍ਰਿੰਸੀਪਲ ਜਿਹੜੇ ਹਨ, ਇਹਨਾਂ ਨੇ ਕਿਹਾ ਹੈ ਸਰਕਾਰ ਨੂੰ ਕਿ ਜਿਹੜੇ ਸਕੂਲ ਹਨ ਇਹਨਾਂ ਨੂੰ 10 ਜਨਵਰੀ ਨੂੰ ਨਾ ਖੋਲ੍ਹਿਆ ਜਾਵੇ ਅਤੇ ਸਕੂਲਾਂ ਦੀ ਜਿਹੜੀ ਓਪਨਿੰਗ ਹੈ ਜੀ ਇਸ ਨੂੰ ਪੋਸਟਪੋਨ ਕਰ ਦਿੱਤਾ ਜਾਵੇ, ਘੱਟੋ ਘੱਟ 2 ਵੀਕ ਦੇ ਵਾਸਤੇ, 2 ਹਫ਼ਤੇ ਦੇ ਵਾਸਤੇ। ਜਾਣੀ ਉਹਨਾਂ ਦਾ ਕਹਿਣਾ ਹੈ ਕਿ ਸਕੂਲਾਂ ਨੂੰ ਘੱਟੋ ਘੱਟ 24 ਜਨਵਰੀ ਤੱਕ ਜਿਹੜਾ ਬੰਦ ਰੱਖਿਆ ਜਾਵੇ, ਜਾਂ ਫਿਰ ਜਦੋਂ ਤੱਕ ਜਿਸ ਤਰ੍ਹਾਂ ਇਹ ਬਿਮਾਰੀ ਚੱਲਦੀ ਹੈ, ਜਿਹੜਾ ਸਰਕਾਰ ਨੂੰ ਇਸ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ। ਇਹ ਕਹਿਣਾ ਹੈ ਜਿਹੜੇ ਸਕੂਲ ਦੇ ਪ੍ਰਿੰਸੀਪਲ ਵਗੈਰਾ ਹਨ। ਬਾਕੀ ਕੀ ਸਕੂਲ ਨਹੀਂ ਖੁੱਲ੍ਹਣਗੇ, ਇਹਦੇ ਉੱਤੇ ਜਿਹੜਾ ਸਰਕਾਰ ਹੈ ਜੀ ਹੁਣ ਇਹ ਫੈਸਲਾ ਲਵੇਗੀ, ਕਿਉਂਕਿ ਜਿਹੜੇ ਪ੍ਰਿੰਸੀਪਲ ਵਗੈਰਾ ਹਨ ਇਹਨਾਂ 'ਤੇ ਜਿਹੜੀ ਆਪਣੀ ਰਿਪੋਰਟ ਹੈ ਜੀ ਸਰਕਾਰ ਤੱਕ ਭੇਜ ਦਿੱਤੀ ਹੈ। ਨਾਲ ਹੀ ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਬੱਚੇ ਹਨ ਸਕੂਲਾਂ ਦੇ ਵਿੱਚ, ਇਹਨਾਂ ਨੂੰ 2 ਹਫ਼ਤੇ ਜਿਹੜਾ ਹੈ ਜੀ ਔਨਲਾਈਨ ਸਟੱਡੀ ਕਰਵਾਈ ਜਾਣੀ ਚਾਹੀਦੀ ਹੈ। ਹੁਣ ਚੱਲਦੇ ਜੀ ਆਪਣੀ ਨੈਕਸਟ ਖਬਰ 'ਤੇ। ਨੈਕਸਟ ਖਬਰ ਜਿਹੜੀ ਆਪਣੀ ਟ੍ਰੇਨ ਇਟਾਲੀਆ ਦੇ ਨਾਲ ਸੰਬੰਧਿਤ ਹੈ। ਜਿਹੜੇ ਇਸ ਦੇ EMPLOYE ਹਨ, ਇਹਨਾਂ ਨੇ ਜਿੱਦਾਂ ਕਿ ਕਲੇਮ ਕੀਤਾ ਹੋਇਆ ਸਟ੍ਰਾਈਕ ਦੇ ਵਾਸਤੇ। ਜਿਹੜੀ ਸਟ੍ਰਾਈਕ ਇਹਨਾਂ ਨੇ ਮਿਥੀ ਹੈ, ਇਹਨਾਂ ਨੇ 8 ਜਨਵਰੀ ਨੂੰ ਇਹ ਸਟ੍ਰਾਈਕ ਦਿਨ ਸ਼ਨੀਵਾਰ ਹੈ। ਟ੍ਰੇਨ ਇਟਾਲੀਆ ਦੇ ਜਿਹੜੇ EMPLOYE ਹਨ, ਇਹਨਾਂ ਨੇ ਦੱਸਿਆ ਹੈ ਕਿ ਜਿਹੜੀ ਸਟ੍ਰਾਈਕ ਹੈ ਸ਼ੁਰੂ ਹੋਵੇਗੀ 9 ਵਜੇ ਸਵੇਰੇ ਅਤੇ ਸ਼ਾਮ ਨੂੰ 5 ਵਜੇ ਤੱਕ ਇਹ ਜਿਹੜੀ ਸਟ੍ਰਾਈਕ ਹੈ ਜੀ ਚੱਲੇਗੀ। ਮਤਲਬ 5 ਵਜੇ ਜਾ ਕੇ ਇਸ ਦੇ ਖਤਮ ਹੋਣ ਦੀ ਸੰਭਾਵਨਾ ਬਣਦੀ ਹੈ। ਦਿਨ ਹੈ ਆਪਣਾ 8 ਜਨਵਰੀ, ਦਿਨ ਸ਼ਨੀਵਾਰ। ਸੋ ਕੋਸ਼ਿਸ਼ ਕਰਿਓ ਕਿ ਇਸ ਦਿਨ ਜਿਹੜੀ ਯਾਤਰਾ ਨਾ ਕੀਤੀ ਜਾਵੇ, ਕਿਉਂਕਿ ਹੋ ਸਕਦਾ ਹੈ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਹੋ ਸਕਦੀ ਹੈ। ਸਟ੍ਰਾਈਕ ਵਾਲੇ ਦਿਨ ਤੁਹਾਨੂੰ ਪਤਾ ਹੀ ਹੁੰਦਾ ਹੈ ਕਿ ਕੀ ਹੋ ਸਕਦਾ ਹੈ। ਬਾਕੀ ਹੁਣ ਜਿੱਦਾਂ ਕਿ ਨਵਾਂ ਸਾਲ ਚੜ੍ਹ ਚੁੱਕਾ, ਤੁਹਾਨੂੰ ਪਤਾ ਹੈ ਕਿ ਨਵੇਂ ਸਾਲ ਦੇ ਵਿੱਚ ਜਿਹੜੇ ਬਿਜਲੀ ਦੇ ਬਿੱਲ ਹਨ, ਇਹਨਾਂ ਦੇ ਵਿੱਚ ਵੀ ਜਿਹੜਾ ਕਮਾਲ ਹੋਣਾ ਸ਼ੁਰੂ ਹੋ ਜਾਵੇਗਾ। ਜਿਹੜੇ ਰੇਟ ਹਨ ਜ਼ਿਆਦਾ ਵੱਧ ਚੁੱਕੇ ਹਨ ਅਤੇ ਹੁਣ ਜਿਹੜੀ ਬਿਜਲੀ ਤੁਸੀਂ ਯੂਜ਼ ਕਰਦੇ ਹੋ, ਉਹਦਾ ਜਿਹੜਾ ਬਿੱਲ ਹੈ ਤੁਸੀਂ ਕੁਝ ਮਹੀਨਿਆਂ ਦੇ ਵਿੱਚ ਜਿਹੜਾ ਨੈਕਸਟ ਮੰਥ ਹੋਣਗੇ ਉਹਨਾਂ ਦੇ ਵਿੱਚ ਪੇ ਵੀ ਕਰਨਾ ਹੈ। ਹੁਣ ਇੱਥੇ ਕੁਝ ਜਿਹੜੇ ਟਿਪਸ ਹਨ ਜਿਹਦੇ ਨਾਲ ਕੀ ਹੋਏਗਾ ਕਿ ਜਿਹੜਾ ਬਿੱਲ ਤੁਹਾਡਾ ਹੋ ਸਕਦਾ ਅੱਧਾ। ਮਤਲਬ ਸਪੋਜ਼ ਕਰੋ ਕਿ ਜਿੰਨਾ ਬਿੱਲ ਤੁਸੀਂ ਇਸ ਟਾਈਮ ਦੇ ਰਹੇ ਹੋ, ਇਹਦਾ ਜਿਹੜਾ ਅੱਧ ਤੱਕ ਤੁਹਾਡਾ ਬਿੱਲ ਪਹੁੰਚ ਸਕਦਾ ਹੈ। ਇਹਦੇ ਵਾਸਤੇ ਤੁਹਾਨੂੰ ਜਿਹੜੇ 2-3 ਟਿਪਸ ਹਨ, ਇਹ ਜਿਹੜੇ ਆਪਣੇ ਮੋਡੀਫਾਈ ਘਰ ਦੇ ਵਿੱਚ ਕਰਨੇ ਪੈਣਗੇ, ਜਿਹੜੇ ਤੁਹਾਨੂੰ ਇਸ ਡਿਟੇਲ ਦੇ ਵਿੱਚ ਦੱਸ ਰਹੇ ਹਾਂ। ਸਭ ਤੋਂ ਪਹਿਲਾਂ ਜਿਹੜੇ ਤੁਸੀਂ ਘਰ ਦੇ ਵਿੱਚ ਬਲਬ ਹਨ, ਇਹਨਾਂ ਨੂੰ ਦੇਖਣਾ ਹੈ ਕਿ ਤੁਹਾਡੇ ਘਰ ਕਿਹੜੇ ਬਲਬ ਲੱਗੇ ਹੋਏ ਹਨ। ਇਹ ਜਿਹੜੇ ਬਲਬ ਤੁਹਾਡੇ ਘਰ ਟ੍ਰੈਡੀਸ਼ਨਲ ਹਨ, ਪੁਰਾਣੇ ਜ਼ਮਾਨੇ ਦੇ, ਜਿੱਦਾਂ ਕਿ ਜਿਹਦੇ ਵਿੱਚ ਫਿਲਾਮੈਂਟ ਹੁੰਦਾ ਸੀ, ਤੁਸੀਂ ਉਹਨਾਂ ਦੀ ਜਗ੍ਹਾ ਦੇ ਉੱਤੇ ਜਿਹੜੇ LED ਬਲਬ ਹੁੰਦੇ ਹਨ ਉਹਨਾਂ ਨੂੰ ਲਗਾਉਣ ਦੀ ਕੋਸ਼ਿਸ਼ ਕਰੋ। ਨੰਬਰ 2 'ਤੇ ਜਿੱਦਾਂ ਕਿ ਸਰਦੀਆਂ ਦਾ ਮੌਸਮ ਚੱਲ ਰਿਹਾ ਹੈ ਅਤੇ ਬਹੁਤ ਸਾਰੇ ਲੋਕ ਜਿਹੜੇ ਘਰਾਂ ਦੇ ਵਿੱਚ ਹੀਟਰ ਵਗੈਰਾ ਦਾ ਇਸਤੇਮਾਲ ਵੀ ਕਈ ਲੋਕ ਕਰਦੇ ਹਨ, ਅਤੇ ਹੀਟਰ ਦੀ ਜਗ੍ਹਾ ਦੇ ਉੱਤੇ ਜਿੱਦਾਂ ਕਿ ਇੱਕ ਲਾਈਟ ਵੀ ਲੋਕ ਅੱਜ ਕੱਲ੍ਹ ਜਲਾਉਂਦੇ ਹਨ ਘਰਾਂ ਦੇ ਵਿੱਚ, ਜਿਹੜੀ ਲਾਈਟ ਹੀਟ ਪੈਦਾ ਕਰਦੀ ਹੈ। ਅਗਰ ਤੁਸੀਂ ਇਸ ਦੀ ਜਿਹੜੀ ਪਾਵਰ ਦੇਖੋਗੇ ਤਾਂ ਇਸ ਦੀ ਜਿਹੜੀ ਵਾਟੇਜ ਬਹੁਤ ਜ਼ਿਆਦਾ ਹੁੰਦੀ ਹੈ। ਇਸ ਦੀ ਜਗ੍ਹਾ ਦੇ ਉੱਤੇ ਤੁਸੀਂ ਕਰਨਾ ਕੀ ਹੈ ਕਿ ਤੁਸੀਂ ਹੀਟਰ ਦੀ ਜਗ੍ਹਾ ਦੇ ਉੱਤੇ ਜਿਹੜਾ ਬਲੋਅਰ ਹੁੰਦਾ ਹੈ, ਇਸ ਦਾ ਇਸਤੇਮਾਲ ਕਰੋ। ਬਲੋਅਰ ਦੇ ਵਿੱਚ ਇੱਕ ਪੱਖਾ ਲੱਗਾ ਹੁੰਦਾ, ਜਿਹਦੇ ਨਾਲ ਜਿਹੜੀ ਇਹਦੀ ਬਿਜਲੀ ਦੀ ਖਪਤ ਘੱਟ ਹੁੰਦੀ ਹੈ। ਬਾਕੀ ਨੰਬਰ 3 'ਤੇ ਕੀ ਹੈ ਕਿ ਜਿਹੜਾ ਗੀਜ਼ਰ ਹੁੰਦਾ, ਇਸ ਦੇ ਉੱਤੇ ਵੀ ਧਿਆਨ ਦੇਣ ਦੀ ਲੋੜ ਹੈ। ਜੇ ਤੁਸੀਂ ਉਹੀ ਪੁਰਾਣੇ ਜ਼ਮਾਨੇ ਵਾਲਾ ਜਿਹੜਾ ਗੀਜ਼ਰ ਹੈ ਜੀ, ਉਹ ਅਜੇ ਵੀ ਵਰਤ ਰਹੇ ਹੋ ਅਤੇ ਉਹਦੇ ਨਾਲ ਜਿਹੜੀ ਬਿਜਲੀ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਹੈ, ਕਿਉਂਕਿ ਪੁਰਾਣੇ ਜ਼ਮਾਨੇ ਵਿੱਚ ਜਿਹੜਾ ਰਾਡ ਵਾਲਾ ਸਿਸਟਮ ਹੁੰਦਾ ਸੀ। ਇਹਦੀ ਜਗ੍ਹਾ ਦੇ ਉੱਤੇ ਤੁਸੀਂ ਕੀ ਕਰ ਸਕਦੇ ਹੋ ਕਿ ਜਿਹੜਾ 5 ਸਟਾਰ ਰੇਟਿੰਗ ਵਾਲਾ ਗੀਜ਼ਰ ਹੁੰਦਾ ਹੈ, ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ, ਜਿਹਨੂੰ ਕਲਦਾਈਆ ਵੀ ਆਪਾਂ ਕਹਿੰਦੇ ਹਾਂ। ਬਾਕੀ ਕੱਲ੍ਹ ਤੋਂ ਜਿਹੜੀਆਂ ਕੁਝ ਦੇਸ਼ਾਂ ਦੀਆਂ ਜਿਹੜੀਆਂ ਫਲਾਈਟਸ ਹਨ ਕੈਂਸਲ ਹੋ ਰਹੀਆਂ ਹਨ। ਇਹਦੇ ਵਿੱਚ ਜਿਹੜੀਆਂ ਇੰਡੀਆ ਤੋਂ ਫਲਾਈਟਸ ਆਉਣਗੀਆਂ ਉਹ ਵੀ ਕੈਂਸਲ ਕੀਤੀਆਂ ਜਾਣਗੀਆਂ। US ਤੋਂ UK ਅਤੇ 5 ਹੋਰ ਕੰਟਰੀਜ਼ ਵੀ ਹਨ, ਜਿਨ੍ਹਾਂ ਦੇ ਵਿੱਚ ਆਸਟ੍ਰੇਲੀਆ ਵੀ ਆਉਂਦਾ। ਆਸਟ੍ਰੇਲੀਆ, ਕੈਨੇਡਾ, ਫਰਾਂਸ। ਨੰਬਰ 4 'ਤੇ ਇੰਡੀਆ ਹੈ। ਨੰਬਰ 5 'ਤੇ ਪਾਕਿਸਤਾਨ, ਫਿਲੀਪਾਈਨ, ਯੂਨਾਈਟਿਡ ਕਿੰਗਡਮ, ਯੂਨਾਈਟਿਡ ਸਟੇਟ, ਹਾਂਗਕਾਂਗ ਨੇ। ਇਹਨਾਂ 8 ਦੇਸ਼ਾਂ ਦੀ ਜਿਹੜੀਆਂ ਫਲਾਈਟਸ ਹਨ, ਇਹਨਾਂ ਦੇ ਉੱਤੇ ਜਿਹੜੀ ਪਾਬੰਦੀ ਲਾ ਦਿੱਤੀ ਹੈ ਅਤੇ ਕੱਲ੍ਹ ਤੋਂ ਜਾਣੀ ਕਿ 8 ਜਨਵਰੀ ਤੋਂ ਜਿਹੜੀ ਪਾਬੰਦੀ ਲਾਗੂ ਕਰ ਦਿੱਤੀ ਜਾਵੇਗੀ। ਚੱਲਦੇ ਹਾਂ ਜੀ ਆਪਣੀ ਨੈਕਸਟ ਖਬਰ ਉੱਤੇ। ਨੈਕਸਟ ਖਬਰ ਜਿਹੜੀ ਆਪਣੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ। ਇਹ ਜਿਹੜੇ ਲੋਕ ਕੰਮ ਕਰਦੇ ਨੇ ਇਟਲੀ ਦੇ ਵਿੱਚ, ਉਹਨਾਂ ਦੇ ਵਾਸਤੇ ਇੱਕ ਬੈਡ ਨਿਊਜ਼ ਵੀ ਤੁਸੀਂ ਇਸ ਨੂੰ ਕਹਿ ਸਕਦੇ ਹੋ। ਮਤਲਬ ਆਪੋ ਆਪਣੀ ਸੋਚ ਹੈ ਜੀ, ਤੁਹਾਡੇ ਹਿਸਾਬ ਦੇ ਨਾਲ ਜਿਹੜੀ ਖਬਰ ਕਿਸ ਤਰ੍ਹਾਂ ਹੈ। ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਜੇ ਤੁਸੀਂ ਜਿਹੜੀ ਵੈਕਸੀਨ, ਜੇ ਤੁਹਾਡੀ ਜਿਹੜੀ ਏਜ ਹੈ 50 ਸਾਲ ਜਾਂ ਇਸ ਤੋਂ ਉੱਪਰ ਹੈ, ਅਤੇ ਤੁਸੀਂ ਇਟਲੀ ਦੇ ਵਿੱਚ ਕਿਸੇ ਵੀ ਅਦਾਰੇ ਦੇ ਵਿੱਚ ਜਾਂ ਕਿਸੇ ਵੀ ਜਗ੍ਹਾ ਦੇ ਉੱਤੇ ਕੰਮ ਕਰਦੇ ਹੋ, ਤਾਂ ਤੁਸੀਂ ਅਗਰ ਵੈਕਸੀਨ ਨਹੀਂ ਲਗਵਾ ਰਹੇ ਤਾਂ ਤੁਸੀਂ ਕੰਮ ਦੇ ਉੱਤੇ ਨਹੀਂ ਜਾ ਸਕਦੇ।
ਵੈਕਸੀਨ ਲਗਵਾਉਣੀ ਤੁਹਾਡੇ ਵਾਸਤੇ ਜ਼ਰੂਰੀ ਹੋ ਜਾਵੇਗੀ। ਅਗਰ ਤੁਸੀਂ 5 ਦਿਨ ਫੈਕਟਰੀ ਦੇ ਵਿੱਚੋਂ ਆਪਣੇ ਕੰਮ ਦੇ ਉੱਤੋਂ ਐਬਸੈਂਟ ਰਹਿੰਦੇ ਹੋ ਅਤੇ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਸਸਪੈਂਡ ਕਰ ਦਿੱਤਾ ਜਾਵੇਗਾ ਕੰਮ ਤੋਂ ਬਿਨਾਂ ਸੈਲਰੀ ਤੋਂ। ਮਤਲਬ ਕਿ ਜਿਹੜੇ ਵਰਕਰ ਹੋਣਗੇ ਸਸਪੈਂਡ ਹੋਣਗੇ। ਹੁਣ ਇਸ ਟਾਈਮ ਜਿਹੜਾ ਨਵਾਂ ਰੂਲ ਆ ਰਿਹਾ ਹੈ ਨਵੀਂ ਦਿਕਰੇਤੋ ਦੇ ਹਿਸਾਬ ਦੇ ਨਾਲ, ਅਗਰ ਉਹ ਲੋਕ ਜਿਹੜੇ ਵੈਕਸੀਨ ਨਹੀਂ ਲਗਵਾਉਂਦੇ ਅਤੇ ਜੇ ਉਹਨਾਂ ਦੀ ਜਿਹੜੀ ਏਜ ਹੈ ਜੀ ਉਹ 50 ਸਾਲ ਜਾਂ ਇਸ ਤੋਂ ਉੱਪਰ ਹੈ, ਇਸ ਕਾਨੂੰਨ ਦੇ ਸ਼ਿਕੰਜੇ ਵਿੱਚ ਇਹੀ ਲੋਕ ਆਉਣਗੇ, ਕਿਉਂਕਿ ਕਾਨੂੰਨ ਦੇ ਹਿਸਾਬ ਦੇ ਨਾਲ ਜਿਹੜੀ ਵੈਕਸੀਨ ਹੈ ਜੀ ਉਹ ਓਬਲੀਗੇਟਰੀ ਕਰ ਦਿੱਤੀ ਗਈ ਹੈ। ਬਾਕੀ ਜਿਹੜੇ 50 ਤੋਂ ਘੱਟ ਉਮਰ ਦੇ ਲੋਕ ਹਨ, 50 ਸਾਲ ਤੋਂ ਘੱਟ ਦੀ ਉਮਰ ਦੇ ਲੋਕ ਹਨ ਜਿਹੜੇ ਕਿ ਕੰਮ ਵੀ ਕਰਦੇ ਹਨ, ਅਤੇ ਉਹਨਾਂ ਦੇ ਵਾਸਤੇ ਜਿਹੜਾ ਬੇਸਿਕ ਗ੍ਰੀਨ ਪਾਸ ਜਿਹਨੂੰ ਆਪਾਂ ਨੋਰਮਲ ਗ੍ਰੀਨ ਪਾਸ ਕਹਿੰਦੇ ਹਾਂ, ਉਹਦੇ ਨਾਲ ਵੀ ਉਹਨਾਂ ਦਾ ਜਿਹੜਾ ਕੰਮ ਚੱਲ ਸਕਦਾ ਹੈ। ਇਹਦੇ ਵਿੱਚ ਜੇ ਤਾਂ ਮੋਲੀਕੂਲਰ ਟੈਸਟ ਕਰਾਉਂਦੇ ਹਨ ਫਿਰ ਤਾਂ ਜਿਹੜਾ ਹੈ ਜੀ 72 ਘੰਟੇ ਤੱਕ ਜਿਹੜਾ ਤੁਸੀਂ ਇਸ ਨੂੰ ਉਪਯੋਗ ਕਰ ਸਕਦੇ ਹੋ। 72 ਘੰਟੇ ਤੱਕ ਜਿਹੜਾ ਗ੍ਰੀਨ ਪਾਸ ਤੁਹਾਡਾ ਚੱਲ ਸਕਦਾ ਹੈ। ਜੇ ਤੁਸੀਂ ਐਂਟੀਜੈਨਿਕ ਟੈਸਟ ਕਰਾਉਂਦੇ ਹੋ ਤਾਂ ਉਹ ਜਿਹੜਾ ਵੈਲਿਡ ਹੁੰਦਾ 48 ਘੰਟੇ ਦੇ ਵਾਸਤੇ। ਇਹਦੇ ਵਿੱਚ ਇੱਕ ਚੀਜ਼ ਹੋ ਗਈ ਹੈ ਕਿ ਸਰਕਾਰ ਦਾ ਜਿਹੜਾ ਨਵਾਂ ਦਿਕਰੇਤੋ ਇਹਦੇ ਵਿੱਚ ਜਿਹੜਾ 49 ਸਾਲ ਜਾਂ ਇਸ ਤੋਂ ਘੱਟ ਵਾਲੇ ਲੋਕ ਹਨ, 50 ਤੋਂ ਥੱਲੇ ਵਾਲੇ ਲੋਕ, ਉਹਨਾਂ ਦੇ ਵਾਸਤੇ ਮਤਲਬ ਆਪਾਂ ਕਹਿ ਸਕਦੇ ਹਾਂ ਕੋਈ ਜ਼ਿਆਦਾ ਫਰਕ ਨਹੀਂ ਪਿਆ। ਜਿੱਦਾਂ ਉਹ ਪਹਿਲਾਂ ਲੋਕ ਜਿਹੜੇ ਤੰਪੂਨੀ ਕਰਵਾ ਕੇ ਆਪਣੇ ਕੰਮ ਦੇ ਉੱਤੇ ਜਾ ਰਹੇ ਸਨ, ਹੁਣ ਵੀ ਉਸੇ ਤਰ੍ਹਾਂ ਹੀ ਜਾ ਸਕਦੇ ਹਨ। ਬਾਕੀ ਤੁਸੀਂ ਇੱਕ ਚੀਜ਼ ਦਾ ਖਿਆਲ ਰੱਖੋ, ਜੇ ਤੁਸੀਂ 50 ਸਾਲ ਜਾਂ ਇਸ ਤੋਂ ਉੱਪਰ ਵਾਲੇ ਹੋ ਤਾਂ ਜਿਹੜੇ ਵੈਕਸੀਨ ਲਗਵਾਉਣ 'ਤੇ ਵੀ ਤੁਹਾਡਾ ਫਾਇਦਾ ਹੈ, ਕਿਉਂਕਿ ਇਸ ਤੋਂ ਬਾਅਦ ਕੀ ਹੋਏਗਾ ਕਿ ਜਿਹੜਾ ਜੁਰਮਾਨਾ ਵੀ ਭੁਗਤਣਾ ਪਵੇਗਾ, ਕੰਮ ਤੋਂ ਵੀ ਬੰਦਾ ਸਸਪੈਂਡ ਹੋ ਸਕਦਾ ਹੈ, ਅਤੇ ਇਸ ਤੋਂ ਇਲਾਵਾ ਜਿਹੜੀਆਂ ਸੈਲਰੀ ਵਗੈਰਾ ਵੀ ਉਸ ਨੂੰ ਕੱਟੀ ਜਾਏਗੀ, ਉਸਦੀ ਸੈਲਰੀ ਵੀ ਉਸ ਨੂੰ ਨਹੀਂ ਮਿਲੇਗੀ। ਅਤੇ ਵੱਡਾ ਇਸ ਤੋਂ ਨੁਕਸਾਨ ਹੋਰ ਹੈ ਕਿ ਜਿਹੜਾ ਜੁਰਮਾਨਾ ਵੀ ਭਰਨਾ ਪਵੇਗਾ। ਜੁਰਮਾਨਾ ਜਿਹੜਾ ਘੱਟ ਤੋਂ ਘੱਟ ਜੁਰਮਾਨਾ 600 ਯੂਰੋ ਹੈ ਅਤੇ ਮੈਕਸੀਮਮ ਜਿਹੜਾ 1500 ਯੂਰੋ ਤੱਕ ਦਾ ਜੁਰਮਾਨਾ ਬੰਦੇ ਨੂੰ ਹੋ ਸਕਦਾ ਹੈ। ਬਾਕੀ ਜਿਹੜਾ ਨੈਕਸਟ ਕਾਨੂੰਨ ਹੈ ਜੀ ਉਹਦੇ ਵਿੱਚ ਇੱਦਾਂ ਹੈ ਕਿ ਜੇ ਤੁਸੀਂ ਕਿਸੇ ਵੀ ਆਫਿਸ ਦੇ ਵਿੱਚ ਜਾ ਰਹੇ ਹੋ, ਕੋਈ ਸੈਂਟਰ ਦੇ ਵਿੱਚ ਜਾ ਰਹੇ ਹੋ, ਸ਼ੋਪਿੰਗ ਸੈਂਟਰ ਜਾਂ ਕੋਈ ਟਰਾਂਸਪੋਰਟ ਦੇ ਵਿੱਚ ਕਿਤੇ ਯਾਤਰਾ ਕਰ ਰਹੇ ਤਾਂ ਉਸ ਟਾਈਮ ਕੀ ਹੋਏਗਾ ਕਿ ਜੇ ਤੁਸੀਂ ਜਿਹੜਾ ਆਪਣਾ ਗ੍ਰੀਨ ਪਾਸ ਤੁਹਾਡੇ ਕੋਲ ਹੈ ਜਾਂ ਜੋ ਵੀ ਤੁਹਾਡੇ ਕੋਲ ਡਾਕੂਮੈਂਟ ਵਗੈਰਾ ਹਨ, ਜੇ ਤੁਸੀਂ ਉਹਨਾਂ ਨੂੰ ਨਹੀਂ ਦਿਖਾਉਂਦੇ ਜਿਹਦੇ ਵਿੱਚ ਸਬੂਤ ਹੁੰਦਾ ਹੈ ਤੁਹਾਡੇ ਵੈਕਸੀਨ ਲੱਗੀ ਹੋਈ ਦਾ, ਜਾਂ ਜਿਹੜਾ ਦੁਕਾਨਦਾਰ ਹੋਏਗਾ ਤੁਹਾਡੇ ਕੋਲੋਂ ਇਸ ਚੀਜ਼ ਦੀ ਮੰਗ ਨਹੀਂ ਕਰਦਾ, ਅਤੇ ਫਿਰ ਜਿਹੜਾ ਜੁਰਮਾਨਾ ਦੋਨਾਂ ਨੂੰ ਹੋ ਸਕਦਾ। ਜਿਹੜਾ ਜੁਰਮਾਨਾ ਹੈ ਜੀ 400 ਯੂਰੋ ਤੋਂ ਲੈ ਕੇ 1000 ਯੂਰੋ ਤੱਕ ਦਾ ਸਰਕਾਰ ਨੇ ਦੋਨਾਂ ਦੇ ਵਾਸਤੇ ਰੱਖਿਆ ਹੈ। ਇਸੇ ਤਰ੍ਹਾਂ ਰੈਸਟੋਰੈਂਟ ਅਤੇ ਪਬਲਿਕ ਪਲੇਸਿਸ ਜਿਹੜੀਆਂ ਹੋਣਗੀਆਂ ਇਹਦੇ ਵਿੱਚ ਵੀ ਜਿਹੜਾ ਫਾਈਨ ਹੈ ਜੀ 400 ਤੋਂ ਲੈ ਕੇ 1000 ਯੂਰੋ ਤੱਕ ਰੱਖਿਆ ਗਿਆ ਹੈ। ਸੋ ਤੁਸੀਂ ਪਲੀਜ਼ ਕੋਸ਼ਿਸ਼ ਕਰਨੀ ਹੈ ਕਿ ਜੇ ਤੁਹਾਡੇ ਕੋਲੋਂ ਕੋਈ ਵੀ ਕਿਸੇ ਵੀ ਜਗ੍ਹਾ ਦੇ ਉੱਤੇ ਕੋਈ ਗ੍ਰੀਨ ਪਾਸ ਦੀ ਮੰਗ ਵੀ ਕਰਦਾ ਹੈ ਕਿ ਤੁਸੀਂ ਆਪਣਾ ਗ੍ਰੀਨ ਪਾਸ ਸ਼ੋਅ ਕਰੋ, ਅਤੇ ਤੁਸੀਂ ਉਸ ਦੇ ਵਿੱਚ ਨਾ ਨੁੱਕਰ ਬਿਲਕੁਲ ਨਾ ਕਰਿਓ, ਕਿਉਂਕਿ ਇਹਦੇ ਪਿੱਛੇ ਸਰਕਾਰ ਦਾ ਜਿਹੜਾ ਇੱਕ ਦਿਕਰੇਤੋ ਹੈ ਜਿਹਦੀ ਵਜ੍ਹਾ ਦੇ ਨਾਲ ਤੁਹਾਨੂੰ ਜੁਰਮਾਨਾ ਵੀ ਭੁਗਤਣਾ ਪੈ ਸਕਦਾ ਹੈ। ਬਾਕੀ ਨੈਕਸਟ ਖਬਰ ਆਪਣੀ ਉਹਨਾਂ ਲੋਕਾਂ ਦੇ ਵਾਸਤੇ ਹੈ ਜਿਨ੍ਹਾਂ ਲੋਕਾਂ ਨੇ ਇਟਲੀ ਦੇ ਵਿੱਚ ਆਪਣੇ ਬੈਂਕ ਅਕਾਊਂਟ ਖੁਲਵਾਏ ਹੋਏ ਹਨ ਜਾਂ ਪੋਸਟ ਆਫਿਸ ਦੇ ਵਿੱਚ ਵੀ ਉਹਨਾਂ ਦਾ ਅਗਰ ਅਕਾਊਂਟ ਹੈ। ਇਹ ਜਿਹੜੀ ਖਬਰ ਹੈ ਜੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜਾਣਨੀ, ਕਿਉਂਕਿ ਅਗਰ ਤੁਸੀਂ ਇਸ ਖਬਰ ਨੂੰ ਨਹੀਂ ਸੁਣਦੇ ਤਾਂ ਹੋ ਸਕਦਾ ਹੈ ਕਿ ਕਿਸੇ ਨਾ ਕਿਸੇ ਬੰਦੇ ਦਾ ਨੁਕਸਾਨ ਹੋ ਸਕਦਾ ਹੈ। ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਜਦੋਂ ਔਨਲਾਈਨ ਇੰਟਰਨੈੱਟ ਬੈਂਕਿੰਗ ਕਰਦੇ ਹੋ ਅਤੇ ਤੁਹਾਡੀਆਂ ਜਿਹੜੀਆਂ ਐਪਸ ਵਗੈਰਾ ਬੈਂਕਾਂ ਦੀਆਂ ਹੁੰਦੀਆਂ, ਅੱਜ ਕੱਲ੍ਹ ਜਿਹੜਾ ਹਰ ਬੰਦਾ ਤਕਰੀਬਨ ਆਪਣੀ ਐਪਸ ਵਗੈਰਾ ਆਪਣੇ ਫ਼ੋਨ ਦੇ ਉੱਤੇ ਰੱਖਦਾ ਹੈ, ਅਤੇ ਉਹ ਆਪਣੇ ਫ਼ੋਨ ਦੇ ਉੱਤੇ ਹੀ ਆਪਣੇ ਬੈਂਕ ਦਾ ਹਿਸਾਬ ਕਿਤਾਬ, ਆਪਣੀ ਜਿਹੜੀ ਉਸਦੀ ਸੈਲਰੀ ਵਗੈਰਾ ਹੁੰਦੀ ਹੈ, ਬੰਦਾ ਸਾਰਾ ਕੁਝ ਦੇਖਦਾ ਹੈ ਕਿ ਬੈਂਕ ਦੇ ਵਿੱਚ ਕਿੰਨੇ ਪੈਸੇ ਹਨ। ਮਤਲਬ ਕਿ ਬੰਦੇ ਨੇ ਇੱਕ ਅਕਾਊਂਟ ਨੰਬਰ ਆਪਣਾ ਰੱਖਿਆ ਹੁੰਦਾ ਹੈ ਔਨਲਾਈਨ, ਅਤੇ ਕੁਝ ਪਾਸਵਰਡ ਵਗੈਰਾ ਹੁੰਦੇ ਨੇ ਜਿਹਦੇ ਨਾਲ ਉਹ ਆਪਣੀ ਐਪਲੀਕੇਸ਼ਨ ਦੇ ਵਿੱਚ ਐਂਟਰੀ ਕਰਦਾ ਹੈ। ਹੁਣ ਕੀ ਹੁੰਦਾ ਹੈ ਕਿ ਜਿਹੜੇ ਅੱਜ ਕੱਲ੍ਹ ਇੰਟਰਨੈੱਟ ਦੇ ਉੱਤੇ ਹੈਕਰ ਵਗੈਰਾ ਹੁੰਦੇ ਹਨ, ਉਹ ਕੁਝ ਨਾ ਕੁਝ ਜਿਹੜਾ ਬੰਦੇ ਦਾ ਡਾਟਾ ਚੋਰੀ ਕਰ ਲੈਂਦੇ ਹਨ। ਅੱਧਾ ਪਚੱਧਾ ਜਿਹੜਾ ਡਾਟਾ ਉਹਨਾਂ ਨੂੰ ਤਕਰੀਬਨ ਮਿਲ ਜਾਂਦਾ ਹੈ, ਅਤੇ ਇਸ ਤੋਂ ਬਾਅਦ ਕੁਝ ਚੀਜ਼ਾਂ ਦੀ ਜਿਹੜੀ ਜ਼ਰੂਰਤ ਉਹਨਾਂ ਨੂੰ ਪੈਂਦੀ ਹੈ। ਹੁਣ ਇਸ ਚੀਜ਼ ਦੇ ਵਾਸਤੇ ਉਹਨਾਂ ਲੋਕਾਂ ਨੇ ਇੱਕ ਨਵਾਂ ਜਿਹੜਾ ਫਾਰਮੂਲਾ ਲੱਭਿਆ ਹੈ, ਜਿਹੜਾ ਬਹੁਤ ਲੋਕਾਂ ਨੂੰ ਅੱਜ ਕੱਲ੍ਹ ਮੈਸੇਜ ਵਗੈਰਾ ਆ ਰਹੇ ਹਨ। ਬੇਨਤੀ ਹੈ ਕਿ ਜੇ ਕਿਸੇ ਨੂੰ ਮੈਸੇਜ ਇਸ ਤਰ੍ਹਾਂ ਦਾ ਆਇਆ ਹੋਵੇ ਤਾਂ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ। ਇਹਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਨੂੰ ਇੱਕ ਮੈਸੇਜ ਆਉਂਦਾ ਹੈ ਤੁਹਾਡੀ ਬੈਂਕ ਦੇ ਨਾਲ ਸੰਬੰਧਿਤ, ਉਹਦੇ ਵਿੱਚ ਸਿੱਧਾ ਬੈਂਕ ਦਾ ਨਾਮ ਨਹੀਂ ਹੁੰਦਾ, ਉੱਤੇ ਇੱਕ ਫ਼ੋਨ ਨੰਬਰ ਦਾ ਨਾਮ ਹੁੰਦਾ ਹੈ, ਅਤੇ ਉਸ ਦੇ ਅੰਦਰ ਬੈਂਕ ਦਾ ਨਾਮ ਉਹਨਾਂ ਦੇ ਵੱਲੋਂ ਲਿਖਿਆ ਜਾਂਦਾ ਹੈ। ਉਹਦੇ ਵਿੱਚ ਉਹ ਕਹਿੰਦੇ ਹਨ ਕਿ ਤੁਹਾਡਾ ਜਿਹੜਾ ਅਕਾਊਂਟ ਹੈ ਜੀ ਇਸ ਨੂੰ ਖਤਰਾ ਹੈ, ਤੁਹਾਡੇ ਅਕਾਊਂਟ ਦੇ ਉੱਤੇ ਕੋਈ ਨਾ ਕੋਈ ਜਿਹੜਾ ਹੈਕਰ ਹੈ ਉਹ ਆਪਣਾ ਅਟੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੋ ਕਿਰਪਾ ਕਰਕੇ ਉਹਨਾਂ ਨੇ ਜਿਹੜਾ ਮੈਸੇਜ ਤੁਹਾਨੂੰ ਭੇਜਦੇ ਹਨ ਉਹਦੇ ਵਿੱਚ ਇੱਕ ਲਿੰਕ ਵੀ ਹੁੰਦਾ ਹੈ। ਉਹ ਕਹਿੰਦੇ ਹਨ ਕਿ ਕਿਰਪਾ ਕਰਕੇ ਤੁਸੀਂ ਇਸ ਲਿੰਕ ਦੇ ਉੱਤੇ ਆ ਕੇ ਇਸ ਨੂੰ ਆਪਣਾ ਵੈਰੀਫਾਈ ਕਰੋ, ਅਤੇ ਤੁਸੀਂ ਕੀ ਕਰਨਾ ਹੈ ਕਿ ਅਗਰ ਇਹੋ ਜਿਹਾ ਤੁਹਾਨੂੰ ਮੈਸੇਜ ਆਉਂਦਾ ਹੈ ਤਾਂ ਕੋਸ਼ਿਸ਼ ਕਰਨੀ ਹੈ ਕਿ ਬਿਲਕੁਲ ਵੀ ਉਸ ਲਿੰਕ ਦੇ ਉੱਪਰ ਤੁਸੀਂ ਨਹੀਂ ਜਾਣਾ। ਇਹਦੇ ਨਾਲ ਤੁਸੀਂ ਮੁਸੀਬਤ ਦੇ ਵਿੱਚ ਫਸ ਸਕਦੇ ਹੋ, ਕਿਉਂਕਿ ਜਿਹੜੀਆਂ ਬੈਂਕਾਂ ਵਗੈਰਾ ਹੁੰਦੀਆਂ ਹਨ ਜਾਂ ਜਿਹੜਾ ਪੋਸਟ ਆਫਿਸ ਹੁੰਦਾ ਇਹ ਕਦੇ ਵੀ ਕਿਸੇ ਨੂੰ ਇਹੋ ਜਿਹੇ ਲਿੰਕ ਜਿਹੜੇ ਹਨ ਉਹ ਨਹੀਂ ਭੇਜਦਾ। ਬਾਕੀ ਹੁਣ ਜਿਹੜੀ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ, ਇਟਲੀ ਦੇ ਵਿੱਚ ਇਤਿਹਾਸ ਦੇ ਵਿੱਚ ਪਹਿਲੀ ਵਾਰ ਜਿਹੜੀ ਇਹ ਘਟਨਾ ਹੋਈ ਹੈ, ਜਿਹੜੇ ਨਵੇਂ ਕੇਸ ਇਟਲੀ ਦੇ ਵਿੱਚ ਆਏ ਹਨ, ਬਹੁਤ ਹੀ ਜ਼ਿਆਦਾ ਕੇਸ ਆਇਆ ਹੈ। ਮਤਲਬ ਇੰਨੇ ਜਿਹੜੇ ਕੇਸ ਸਨ ਲੋਕਾਂ ਨੇ ਕਦੀ ਸੋਚੇ ਵੀ ਨਹੀਂ ਸਨ। 2,19,000 ਤੋਂ ਉੱਪਰ ਕੇਸ ਆਇਆ ਹੈ। ਜੇ ਆਪਾਂ ਸਹੀ ਫਿਗਰ ਦੇਖੀਏ 2,19,441 ਨਵਾਂ ਕੇਸ ਆਇਆ ਹੈ, ਜਦੋਂ ਕਿ ਕੱਲ੍ਹ 1,99,109 ਕੇਸ ਆਇਆ ਸੀ। ਕੱਲ੍ਹ ਨਾਲੋਂ ਵੀ 30,000 ਜ਼ਿਆਦਾ ਕੇਸ ਆਇਆ ਹੈ। 24 ਘੰਟੇ ਦੇ ਆਪਾਂ ਜਿਹੜੇ ਕੇਸ ਆਏ ਹਨ ਆਪਾਂ ਉਹਨਾਂ ਦੀ ਗੱਲ ਕਰ ਰਹੇ ਹਾਂ।
ਤਾਂ 24 ਘੰਟੇ ਦੇ ਵਿੱਚ ਜਿਹੜੀ ਲੋਕਾਂ ਦੀ ਜਾਨ ਗਈ ਉਹਨਾਂ ਦੀ ਗਿਣਤੀ 198 ਤੇ ਪਹੁੰਚ ਚੁੱਕੀ ਹੈ। ਇਸ ਤੋਂ ਵੀ ਮਾੜੀ ਗੱਲ ਜਿਹੜੀ ਇਸ ਤੋਂ ਵੀ ਮਾੜੀ ਹੈ, ਉਹ ਤਾਸੋ ਦੀ ਪੋਜ਼ੀਟਿਵਤਾ ਜਿਹੜੀ ਹੈ ਜੀ 19% ਦੇ ਉੱਤੇ ਆ ਚੁੱਕੀ ਹੈ। ਮਤਲਬ ਕਿ ਜੇ ਕਿਸੇ ਪਾਸੇ ਵੀ 100 ਟੈਸਟ ਕੀਤੇ ਜਾਂਦੇ ਹਨ ਤਾਂ 100 ਟੈਸਟਾਂ ਦੇ ਵਿੱਚੋਂ 19 ਲੋਕ ਜਿਹੜੇ ਹਨ ਪੋਜ਼ੀਟਿਵ ਪਾਏ ਜਾ ਰਹੇ ਹਨ। ਹਸਪਤਾਲਾਂ ਦੇ ਵਿੱਚ ਵੀ ਇਸ ਟਾਈਮ 13,827 ਬੰਦਾ ਭਰਤੀ ਹੋ ਚੁੱਕਾ ਹੈ ਅਤੇ ਇਸ ਤੋਂ ਇਲਾਵਾ ਜਿਹੜੇ ICU ਦੇ ਵਿੱਚ ਭਰਤੀ ਹਨ ਇਹਨਾਂ ਦੀ ਗਿਣਤੀ ਵੀ ਲਗਾਤਾਰ ਜਿਹੜੀ 1467 ਦੇ ਉੱਤੇ ਬਣੀ ਹੋਈ ਹੈ। ਹੌਲੀ ਹੌਲੀ ਕਰਕੇ ਜਿਹੜੀ ਗਿਣਤੀ ਵੱਧਦੀ ਜਾ ਰਹੀ ਹੈ। ਬਾਕੀ ਇਟਲੀ ਦੇ ਵਿੱਚ ਜਿਹੜੀ ਲੋਂਬਾਰਦੀਆ ਸਟੇਟ ਹੈ ਜੀ, ਬਹੁਤ ਜ਼ਿਆਦਾ ਕੇਸ ਆਇਆ ਹੈ। 52,693 ਕੇਸ ਲੋਂਬਾਰਦੀਆ ਦੇ ਵਿੱਚ ਹੀ ਆਇਆ ਹੈ। ਵੈਨੇਤੋ ਦੇ ਵਿੱਚ 18,129, ਕੰਪਾਨੀਆ 16,512, ਅਮੀਲੀਆ ਰੋਮਾਨੀਆ 38,528 ਕੇਸ, ਲਾਜ਼ੀਓ ਵਿੱਚ 14,055 ਕੇਸ, ਪਿਮੋਂਤੇ 14,103, ਤੁਸਕਾਨਾ 17,286 ਅਤੇ ਇਸ ਤੋਂ ਇਲਾਵਾ ਆਸਟ੍ਰੇਲੀਆ ਵਿੱਚ 14,269, ਪੂਲੀਆ 5,558, ਫਰੂਲੀ ਵੈਨੇਸ਼ੀਆ ਜੂਲੀਆ 4,159 ਕੇਸ, ਲੈਗੂਰੀਆ 3,066, ਮਾਰਕੇ ਵਿੱਚ 3,120 ਕੇਸ ਆਇਆ ਹੈ। ਅਬਰੂਸੋ ਦੇ ਵਿੱਚ 4,808, ਕਲਾਬਰੀਆ 2,602 ਕੇਸ, ਪੀਏ ਬੁਲਜ਼ਾਨੋ ਦੇ ਵਿੱਚ 1,592, ਉmbਰੀਆ ਵਿੱਚ 3,206 ਕੇਸ ਅਤੇ ਇਸ ਤੋਂ ਇਲਾਵਾ ਸਰਦੀਨੀਆ 1,296, ਪੀਏ ਤਰੈਂਤੋ 2,596, ਬਾਜ਼ਿਲਿਕਾਤਾ 1,005 ਅਤੇ ਆਪਾਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਅਸੀਂ ਸਿਰਫ ਉਹਨਾਂ ਸਟੇਟਾਂ ਦੇ ਨਾਮ ਦੱਸਦੇ ਹਾਂ ਜਿਨ੍ਹਾਂ ਦੇ ਵਿੱਚ 1,000 ਤੋਂ ਜ਼ਿਆਦਾ ਕੇਸ ਆਉਂਦਾ ਹੈ। ਤਕਰੀਬਨ ਪੂਰੇ ਇਟਲੀ ਦੇ ਵਿੱਚ ਹੀ 1,000 ਤੋਂ ਜ਼ਿਆਦਾ ਕੇਸ ਆਏ ਹਨ। 2 ਹੀ ਸਟੇਟਾਂ ਇਟਲੀ ਦੇ ਵਿੱਚ ਇਹੋ ਜਿਹੀਆਂ ਹਨ ਜਿਨ੍ਹਾਂ ਦੇ ਵਿੱਚ ਮਲੀਜ਼ੇ ਹੈ 551 ਕੇਸ ਅਤੇ ਵਾਲੇ ਦੀ ਅਵਸਥਾ 551 ਕੇਸ। ਬਾਕੀ ਹੁਣ ਆਪਾਂ ਗੱਲ ਕਰ ਲਈਏ ਸਸਤੇ ਰੇਟ ਦੀ ਜਿਹੜੀ ਟਿਕਟ ਹੈ ਜੀ ਇਸ ਟਾਈਮ ਕਿਹੜੀ ਚੱਲ ਰਹੀ ਹੈ। ਅਤੇ ਇਹਦੇ ਵਿੱਚ ਜਿਹੜੀ ਫਲਾਈਟ ਹੈ ਜੀ ਇੱਕ ਏਸ਼ੀਅਨ ਕੰਪਨੀ ਜਿਹੜੀ ਕਿ ਸਿੰਗਾਪੁਰ 에ਅਰਲਾਈਨ ਜਿਹੜੀ ਕਿ ਯੂਰਪ ਦੇ 2 ਸਿਟੀਜ਼ ਦੇ ਵਿੱਚ ਜਿਹੜੀ ਇਸ ਟਾਈਮ ਫਲਾਈਟਸ ਆਪਣੀ ਚਲਾ ਰਹੀ ਹੈ। ਇਹਦੇ ਵਿੱਚ ਇੱਕ ਨਾਮ ਇਹਨਾਂ ਦਾ ਜਿਹੜਾ ਜਹਾਜ਼ ਦਾ ਨਾਮ ਹੈ ਜੀ ਏਅਰਬਸ A350 ਹੈ ਅਤੇ ਇਹਦੇ ਵਿੱਚ ਇਹਨਾਂ ਨੇ 3 ਕਲਾਸਾਂ ਦੇ ਵਿੱਚ ਜਿਹੜੀਆਂ ਟਿਕਟਾਂ ਵੰਡੀਆਂ ਹਨ। ਇਹਦੇ ਵਿੱਚ ਇਸ ਤਰ੍ਹਾਂ ਕਿ ਤੁਸੀਂ ਮਿਲਾਨ ਤੋਂ ਜਿਹੜਾ ਬਾਰਸੀਲੋਨਾ ਦੇ ਵਾਸਤੇ ਜਾ ਸਕਦੇ ਹੋ ਅਤੇ ਟਿਕਟ ਦਾ ਰੇਟ ਇਹਨਾਂ ਨੇ ਰੱਖਿਆ 21 ਯੂਰੋ। ਜਾਣਕਾਰੀ ਵਾਸਤੇ ਦੱਸੀਏ ਕਿ ਜਿਹੜੀ ਫਲਾਈਟ ਹੈ ਜੀ 100 ਮਿੰਟ ਦੀ ਫਲਾਈਟ ਹੈ, ਤਕਰੀਬਨ ਪੌਣੇ 2 ਘੰਟੇ ਦੀ ਫਲਾਈਟ ਹੈ ਅਤੇ ਤੁਸੀਂ 21 ਯੂਰੋ ਦੇ ਵਿੱਚ ਜਾ ਸਕਦੇ ਹੋ। ਜੇ ਤੁਸੀਂ ਬਿਜ਼ਨਸ ਕਲਾਸ ਦੇ ਵਿੱਚ ਜਾਣਾ ਤਾਂ ਇਹਦੇ ਵਾਸਤੇ ਜਿਹੜਾ ਰੇਟ ਇਹਨਾਂ ਨੇ ਬਹੁਤ ਜ਼ਿਆਦਾ ਰੱਖਿਆ ਅਤੇ ਇਹਦੇ ਵਾਸਤੇ ਤੁਹਾਨੂੰ 30 ਗੁਣਾ ਜ਼ਿਆਦਾ ਪੈਸਾ ਪੇ ਕਰਨਾ ਪਵੇਗਾ। ਇਹਦੇ ਵਿੱਚ ਇਸ ਤਰ੍ਹਾਂ ਕਿ ਜੋ ਵੀ ਤੁਸੀਂ ਖਾਣਾ ਚਾਹੁੰਦੇ ਹੋ ਤੁਹਾਨੂੰ ਉਸ ਤਰ੍ਹਾਂ ਦਾ ਹੀ ਜਿਹੜਾ ਭੋਜਨ ਦਿੱਤਾ ਜਾਵੇਗਾ। ਤੁਹਾਨੂੰ ਜਿਹੜੀ ਸੀਟ ਹੋਏਗੀ ਤੁਹਾਡੀ ਆਰਮ ਚੇਅਰ ਹੋਏਗੀ ਜਿਹੜੀ ਕਿ ਤੁਸੀਂ ਉਸਨੂੰ ਬੈੱਡ ਦੇ ਵਿੱਚ ਵੀ ਕਨਵਰਟ ਕਰ ਸਕਦੇ ਹੋ, ਮਤਲਬ ਉਸਦਾ ਬੈੱਡ ਵੀ ਬਣ ਜਾਵੇਗਾ ਅਤੇ ਔਨ ਬੋਰਡ ਐਂਟਰਟੇਨਮੈਂਟ ਜਿਹੜਾ ਇਸਦਾ ਵੀ ਇਸ ਦੇ ਵਿੱਚ ਖਿਆਲ ਰੱਖਿਆ ਜਾਵੇਗਾ। ਬਾਕੀ ਇਹ ਸੀ ਅੱਜ ਦੀਆਂ ਕੁਝ ਖਾਸ ਨਿਊਜ਼ ਅਤੇ ਬਾਕੀ ਉਮੀਦ ਕਰਦੇ ਹਾਂ ਕਿ ਵੀਡੀਓ ਪਸੰਦ ਆਈ ਹੋਵੇਗੀ। ਨੈਕਸਟ ਵੀਡੀਓ ਲੈ ਕੇ ਆਪਾਂ ਫਿਰ ਮਿਲਾਂਗੇ। ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ।